ਵਿੱਚ ਸਵਾਗਤ ਹੈ। ਅੱਜ ਬਹੁਤ ਹੀ ਪੰਜਾਬ ਦਾ ਇੱਕ ਅਹਿਮ ਮੁੱਦਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਔਰ ਤੁਹਾਡੇ ਜ਼ਰੀਏ ਸਾਰੀ ਦੁਨੀਆ ਦੇ ਵਿੱਚ ਬੈਠੇ ਜਿੰਨੇ ਵੀ ਵਿਸ਼ਵ 'ਚ ਵਸਦੇ ਪੰਜਾਬੀ ਉਹਨਾਂ ਦੇ ਨਾਲ ਵੀ ਸਾਂਝਾ ਕਰਨਾ ਚਾਹੁੰਦਾ। ਅੱਜ ਹੁਣੇ ਅਸੀਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਔਰ ਅਸੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਮਿਲ ਕੇ ਆਏ ਹਾਂ ਔਰ ਉਹਨਾਂ ਨੂੰ ਇੱਕ ਪ੍ਰਾਈਵੇਟ ਮੈਂਬਰਸ ਬਿੱਲ ਸੌਂਪ ਕੇ ਆਏ ਹਾਂ ਔਰ ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਜਿਹੜਾ ਪ੍ਰਾਈਵੇਟ ਮੈਂਬਰਸ ਬਿੱਲ ਆ ਇਹ ਆਗਾਮੀ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ, ਬਜਟ ਇਜਲਾਸ ਹੋਵੇਗਾ ਫੈਬਰੂਰੀ ਦੇ ਵਿੱਚ, ਇਸ ਬਿੱਲ ਨੂੰ ਇੰਟਰੋਡਿਊਸ ਕਰਨ ਦੀ ਆਗਿਆ ਦਿੱਤੀ ਜਾਵੇ, ਇਸ ਬਿੱਲ ਦੇ ਉੱਤੇ ਬਹਿਸ ਕਰਾਈ ਜਾਵੇ ਔਰ ਇਸ ਬਿੱਲ ਨੂੰ ਲਾਗੂ ਕੀਤਾ ਜਾਵੇ ਸਰਬਸੰਮਤੀ ਦੇ ਨਾਲ। ਕਿਉਂਕਿ ਵਿਸ਼ਾ ਹੈ ਕਿ ਪਿਛਲੇ ਕਾਫੀ ਦਹਾਕਿਆਂ ਤੋਂ ਪੰਜਾਬ ਦੀ ਬਹੁਤ ਵੱਡੀ ਆਬਾਦੀ ਜਿਹੜੀ ਆ, ਸਾਡਾ ਜਿਹੜਾ ਪੜ੍ਹਿਆ ਲਿਖਿਆ ਹਿਊਮਨ ਰਿਸੋਰਸ ਹੈ, ਨੌਜਵਾਨ ਤਬਕਾ, ਉਹ ਸਾਰੀ ਦੁਨੀਆ ਵਿੱਚ ਵਿਦੇਸ਼ਾਂ ਵਿੱਚ ਜਾ ਰਿਹਾ ਔਰ ਅੱਜ ਮੇਰਾ ਆਪਣਾ ਰਫ ਐਸਟੀਮੇਟ ਹੈ ਕਿ ਅੱਜ ਪੰਜਾਬ ਦੀ ਆਬਾਦੀ ਤਕਰੀਬਨ 3 ਕਰੋੜ ਤੇ ਖੜੀ ਹੈ। ਇਸ 3 ਕਰੋੜ ਵਿੱਚੋਂ ਪਿਛਲੇ ਕੁਝ ਦਹਾਕਿਆਂ ਤੇ ਹੁਣ ਹੋਰ ਵੀ ਤੇਜ਼ੀ ਨਾਲ ਕੋਈ 50 ਲੱਖ ਦੇ ਕਰੀਬ ਜਿਹੜੇ ਪੰਜਾਬੀ ਨੌਜਵਾਨ, ਬੱਚੇ, ਲੜਕੀਆਂ, ਬਜ਼ੁਰਗ, ਪਰਿਵਾਰ ਉਹ ਵਿਦੇਸ਼ਾਂ ਵਿੱਚ ਮਾਈਗ੍ਰੇਟ ਕਰ ਚੁੱਕੇ ਨੇ। ਇਹ ਬਣ ਜਾਂਦੀ ਤਕਰੀਬਨ 1/6 ਪੋਪੂਲੇਸ਼ਨ ਆਫ ਪੰਜਾਬ ਡਿਊਰਿੰਗ ਦ ਲਾਸਟ ਫਿਊ ਡੈਕੇਡਸ ਹੈਜ਼ ਮਾਈਗ੍ਰੇਟਿਡ ਟੂ ਡਿਫਰੈਂਟ ਕੰਟਰੀਜ਼ ਆਫ ਦ ਵਰਲਡ। ਹੁਣ ਫੋਕਸ ਪਾਰਟਿਕੂਲਰਲੀ ਇਕੱਲੇ ਕੈਨੇਡਾ ਦਾ ਵਾ ਜ਼ਿਆਦਾ। ਔਰ ਜਦੋਂ ਸਾਡੇ ਬੱਚੇ ਜਾ ਰਹੇ ਨੇ, ਚਾਹੇ ਉਹ ਪੜ੍ਹਾਈ ਦੇ ਆਧਾਰ ਤੇ ਜਾ ਰਹੇ ਨੇ, ਚਾਹੇ ਉਹ ਪਰਮਾਨੈਂਟ ਰੈਜ਼ੀਡੈਂਸੀ ਦੇ ਆਧਾਰ ਤੇ ਜਾ ਰਹੇ ਨੇ PR ਤੇ, ਚਾਹੇ ਉਹ ਵਰਕ ਪਰਮਿਟ ਤੇ ਜਾ ਰਹੇ ਨੇ ਜਾਂ ਕਿਸੇ ਵੀ ਹੋਰ ਆਧਾਰ ਦੇ ਉੱਤੇ ਜਾ ਰਹੇ ਨੇ, ਚਾਹੇ ਗੈਰ ਕਾਨੂੰਨੀ ਵੀ ਜਾ ਰਹੇ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ, ਉਹ ਆਪਣੇ ਨਾਲ ਹਰ ਨੌਜਵਾਨ ਪਰਿਵਾਰ ਜਿਹੜਾ ਵਾ ਉਹ 20 ਤੋਂ 25 ਲੱਖ ਰੁਪਈਆ ਸ਼ੁਰੂਆਤ ਵਿੱਚ ਲੈ ਕੇ ਜਾਂਦਾ ਵਾ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਇੱਕ ਸਾਲ ਵਿੱਚ ਸੁਣਿਆ ਵਾ ਕਿ ਇਕੱਲੇ ਕੈਨੇਡਾ ਦੇ ਵਿੱਚ 2 ਲੱਖ ਦੀ ਆਬਾਦੀ, ਪੰਜਾਬ ਦੀ 2 ਲੱਖ ਦੇ ਕਰੀਬ ਪਰਿਵਾਰ ਜਿਹੜੇ ਨੇ ਉਹ ਇਕੱਲੇ ਕੈਨੇਡਾ ਵਿੱਚ ਜਾਣੇ ਸ਼ੁਰੂ ਹੋ ਗਏ ਨੇ। ਕੈਨੇਡਾ ਦੀ ਇਸ ਵਕਤ ਪੰਜਾਬੀਆਂ ਦੀ ਤੇ ਸਿੱਖਾਂ ਦੀ ਆਬਾਦੀ ਅਪਰੋਕਸੀਮੇਟਲੀ 1 ਮਿਲੀਅਨ ਹੈ ਔਰ USA ਦੇ ਵਿੱਚ ਹੋਰ ਵੀ ਜ਼ਿਆਦਾ ਵਾ ਔਰ ਯੂਰਪ ਦੇ ਵਿੱਚ, ਕਿਉਂਕਿ UK ਵਿੱਚ ਬਹੁਤ ਪੁਰਾਣੀ ਸੈਟਲਮੈਂਟ ਹੈ ਪੰਜਾਬੀਆਂ ਦੀ, ਉੱਥੇ ਇਹਦੋਂ ਵੀ ਦੁੱਗਣੀ ਆ। ਇਸ ਕਰਕੇ ਜਦੋਂ ਕੋਈ 2 ਲੱਖ ਨੌਜਵਾਨ ਜਾਊਗਾ ਪੰਜਾਬ ਚੋਂ ਤੇ ਹਰ ਨੌਜਵਾਨ ਜੇ 20 ਤੋਂ 25 ਲੱਖ ਰੁਪਇਆ ਲੈ ਕੇ ਜਾਊ, ਮੈਨੂੰ ਤਾਂ ਗਿਣਤੀ ਤੋਂ ਬਾਹਰ ਆ। ਇਹਦਾ ਮਤਲਬ ਹੈ ਕਿ ਸਾਡੇ ਸੈਂਕੜੇ, ਅਲਟੀਮੇਟਲੀ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਵਾ ਉਹ ਵਿਦੇਸ਼ਾਂ ਵਿੱਚ ਜਾ ਰਿਹਾ ਪੰਜਾਬ ਦੀ ਆਰਥਿਕ, ਪੰਜਾਬ ਦੀ ਇਕਨੋਮੀ ਦਾ। ਤੁਸੀਂ ਦੇਖੋਗੇ ਤਾਂ ਹੀ ਉਹ ਪੰਜਾਬ ਇੱਕ ਕੰਗਾਲ ਸੂਬਾ ਬਣਦਾ ਜਾ ਰਿਹਾ ਵਾ। ਸਰਕਾਰ ਤੇ ਤਾਂ ਜਿਹੜਾ ਕਰਜ਼ਾ ਹੈਗਾ ਹੀ ਹੈਗਾ ਵਾ। ਜੇ ਤੁਸੀਂ ਪ੍ਰਾਈਵੇਟਲੀ ਦੇਖੋਗੇ ਪੰਜਾਬ ਦੇ ਵਿੱਚ ਜਿਹੜੀਆਂ ਸਾਡੀ ਪੇਂਡੂ ਤਬਕੇ ਦੀਆਂ ਜ਼ਮੀਨਾਂ ਸੀ ਅੱਜ ਤੋਂ 10 ਸਾਲ ਪਹਿਲਾਂ, ਉਹਨਾਂ ਦੀ ਕੀਮਤ ਐਗਰੀਕਲਚਰ ਲੈਂਡ ਦੀ ਤਕਰੀਬਨ 40 ਤੋਂ 50 ਲੱਖ ਰੁਪਇਆ ਪ੍ਰਤੀ ਏਕੜ ਸੀਗਾ। ਹੁਣ ਜਿੱਦਾਂ ਵਿਸ਼ਵ ਤਰੱਕੀ ਕਰ ਰਿਹਾ ਵਾ, ਉਹਦਾ ਪੰਜਾਬ ਦੀਆਂ ਜ਼ਮੀਨਾਂ ਦੀ ਕੀਮਤ ਅਤੇ ਰੀਅਲ ਏਸਟੇਟ ਤੇ ਜਿਹੜੇ ਐਸੈਟਸ ਆ ਉਹਦੀ ਕੀਮਤ ਤਾਂ ਵਧਣੀ ਚਾਹੀਦੀ ਸੀ, ਲੇਕਿਨ ਹੋਇਆ ਉਲਟਾ। ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਪਹਿਲੀ ਗੱਲ ਤਾਂ ਕੋਈ ਖਰੀਦਦਾਰ ਹੀ ਨਹੀਂਗਾ ਜ਼ਮੀਨ ਦਾ, ਲੇਕਿਨ ਅਗਰ ਖਰੀਦਦਾਰ ਹੋਵੇ ਵੀ ਤਾਂ ਉਹਦੀ ਕੀਮਤ ਜਿਹੜੀ ਆ 20 ਲੱਖ ਰੁਪਏ ਏਕੜ ਤੱਕ ਰਹਿ ਗਈ ਹੈ। ਇਹਦਾ ਮਤਲਬ there is a straight drop of 50% value of real estate, particularly I'm talking about rural areas। ਸ਼ਹਿਰਾਂ ਵਿੱਚ ਹਲੇ ਹੈ ਕਿਉਂਕਿ ਸਾਰੀ ਮਾਈਗ੍ਰੇਸ਼ਨ ਸ਼ਹਿਰਾਂ ਵੱਲ ਨੂੰ ਹੋ ਰਹੀ ਆ, ਬਾਹਰੋਂ ਵੀ ਇਨਵੈਸਟਮੈਂਟ ਆ ਰਹੀ ਆ, ਦੂਜਾ ਤੀਜਾ, ਇਸ ਕਰਕੇ ਥੋੜਾ ਬਹੁਤਾ ਸ਼ਹਿਰਾਂ ਦੇ ਵਿੱਚ ਇਸ ਵਕਤ ਪ੍ਰਾਪਰਟੀ ਦੀਆਂ ਕੀਮਤਾਂ ਠੀਕ ਹੋਣਗੀਆਂ, ਲੇਕਿਨ ਪਿੰਡਾਂ ਦੀ ਇਕਨੋਮੀ ਜਿਹੜੀ ਤੈਸ਼ ਨੈਸ਼ ਹੋ ਗਈ ਹੈ। ਇਹ ਸਾਰੀ ਗੱਲ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਪੰਜਾਬ ਦੀ ਵਿਧਾਨ ਸਭਾ 'ਚ ਕਿ ਜਿਸ ਤਰ੍ਹਾਂ ਦੂਸਰੇ ਸੂਬਿਆਂ ਨੇ ਆਪਣੀ ਹੋਂਦ ਨੂੰ ਬਚਾਇਆ ਵਾ, ਆਪਣੀ ਆਈਡੈਂਟੀਟੀ ਨੂੰ ਪ੍ਰੋਟੈਕਟ ਕੀਤਾ ਵਾ, ਉਸ ਤਰ੍ਹਾਂ ਪੰਜਾਬ ਦੇ ਵਿੱਚ ਨੌਬਤ ਆ ਗਈ ਆ ਕਿ ਅਸੀਂ ਪੰਜਾਬੀਆਂ ਦੀ, ਪੰਜਾਬੀਅਤ ਦੀ ਤੇ ਸਿੱਖ ਜਿਹੜੇ ਪਹਿਲਾਂ ਹੀ ਮਾਈਕਰੋਸਕੋਪਿਕ ਮਾਈਨੋਰਿਟੀ ਨੇ ਇਸ ਦੇਸ਼ ਵਿੱਚ। ਆਪਾਂ ਸਾਰੇ ਜਾਣਦੇ ਹਾਂ ਕਿ ਸਾਡੀ ਸਿੱਖਾਂ ਦੀ ਆਬਾਦੀ ਸ਼ਾਇਦ 2% ਦੀ ਹੈ ਇਸ ਭਾਰਤ ਦੇਸ਼ ਦੇ ਵਿੱਚ, ਤੇ ਜੇ ਪੰਜਾਬ ਦੇ ਵਿੱਚ ਇਦਾਂ ਹੀ ਸਾਡੇ ਬੱਚੇ ਬਾਹਰ ਜਾਂਦੇ ਰਹੇ ਤੇ ਬਾਹਰੋਂ ਆਣ ਕੇ ਇੱਥੇ ਲੋਕੀ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਵਸਿੰਦੇ ਬਣ ਗਏ, ਵੋਟਰ ਬਣ ਗਏ, ਮਾਲਕ ਬਣ ਗਏ, ਤੇ ਮੇਰਾ ਅੰਦਾਜ਼ਾ ਵਾ ਕਿ ਅਗਲੇ 20 ਤੋਂ 25 ਸਾਲਾਂ ਦੇ ਵਿੱਚ ਪੰਜਾਬੀ ਪੰਜਾਬ ਦੇ ਵਿੱਚ ਹੀ ਔਰ ਸਿੱਖ ਜਿਹੜੇ ਨੇ ਪੰਜਾਬ ਦੇ ਵਿੱਚ ਘੱਟ ਗਿਣਤੀ ਹੋ ਜਾਣਗੇ। ਵੀ ਵਿਲ ਲੂਜ਼ ਆਵਰ ਆਈਡੈਂਟੀਟੀ ਕੰਪਲੀਟਲੀ। there will be a massive demographic change
ਆਬਾਦੀ ਦਾ ਜਿਹੜਾ ਸੰਤੁਲਨ ਹੈਗਾ ਉਹਦੇ ਬਹੁਤ ਵੱਡੇ ਪੱਧਰ ਦੇ ਉੱਤੇ ਉਹਦੇ 'ਚ ਅੰਤਰ ਪਵੇਗਾ। ਅਸੀਂ ਕਿਸੇ ਵੀ ਬਸ਼ਿੰਦੇ ਦੇ ਖਿਲਾਫ ਨਹੀਂ ਗੇ ਕਿ ਉਹ ਪੰਜਾਬ ਦੇ ਵਿੱਚ ਆਣ ਕੇ ਕੰਮ ਨਾ ਕਰੇ, ਜੀ ਸਦਕੇ ਆਵੇ, ਕੰਮ ਕਰੇ, ਪੈਸੇ ਕਮਾਵੇ, ਇਨਵੈਸਟਮੈਂਟ ਕਰਨ, ਇੰਡਸਟਰੀਅਲ ਇਨਵੈਸਟਮੈਂਟ ਜ਼ਰੂਰ ਕਰਨ, ਪਰ ਉਹਦਾ ਕੋਈ ਤਰੀਕੇਕਾਰ ਚਾਹੀਦਾ ਵਾ। ਅਸੀਂ ਕੋਟ ਕੀਤਾ ਵਾ ਜਿਹੜਾ ਹਿਮਾਚਲ ਪ੍ਰਦੇਸ਼ ਦਾ ਜਿਹੜਾ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ ਹੈਗਾ 1972, ਉਸ ਵਕਤ ਡਾਕਟਰ ਵਾਈ ਐਸ ਪਰਮਾਰ ਮੁੱਖ ਮੰਤਰੀ ਸੀ ਹਿਮਾਚਲ ਪ੍ਰਦੇਸ਼ ਦੇ। ਉਹਨਾਂ ਨੂੰ ਉਸ ਵਕਤ ਅਹਿਸਾਸ ਹੋਇਆ ਕਿ ਜੇ ਇਸ ਤਰੀਕੇ ਨਾਲ ਅਸੀਂ ਹਿਮਾਚਲ ਪ੍ਰਦੇਸ਼ ਦੀ ਜ਼ਮੀਨ ਖੁੱਲੇ ਤੌਰ ਤੇ ਵੇਚਣ ਤੇ ਲਾਤੀ, ਇਹ ਸਾਰੇ ਬਾਗ ਬਗੀਚੇ, ਕਿਉਂਕਿ ਆਪਾਂ ਜਾਣਦੇ ਕਿ ਹਿਮਾਚਲ ਵਿੱਚ ਲੈਂਡ ਹੋਲਡਿੰਗ ਪੰਜਾਬ ਨਾਲੋਂ ਵੀ ਘੱਟ ਹੈ ਕਿਸਾਨਾਂ ਦੀ, ਤਾਂ ਜਿੰਨੇ ਬਾਗ ਬਗੀਚੇ ਨੇ ਉਹ ਸਾਰੇ ਦਿੱਲੀ ਵਸਦੇ ਅਮੀਰਾਂ ਨੇ, ਅੰਬਾਨੀ ਅਡਾਨੀ ਵਰਗਿਆਂ ਨੇ, ਔਰ ਮੁੰਬਈ ਵਸਦੇ ਅਮੀਰਾਂ ਨੇ, ਅਤੇ ਗੈਰ ਹਿਮਾਚਲੀਆਂ ਨੇ ਸਾਡੀ ਸਾਰੀ ਸਟੇਟ ਦੇ ਮਾਲਕ ਬਣ ਜਾਣਾ ਵਾ। ਉਹਨਾਂ ਨੇ ਅਕਲਮੰਦੀ ਕਰਦੇ ਹੋਏ, ਦੂਰਅੰਦੇਸ਼ੀ ਦਾ ਸਬੂਤ ਦਿੰਦੇ ਹੋਏ, ਉਹਨਾਂ ਨੇ ਇਹ ਜਿਹੜਾ ਬਿੱਲ ਸੀਗਾ 1972 ਚ ਇੰਟਰੋਡਿਊਸ ਕਰਤਾ, ਔਰ ਸੈਕਸ਼ਨ 118 ਹੈ ਜਿਹੜਾ ਆਫ ਦ ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ 1972 ਅੰਡਰ ਰੂਲ 115 ਆਫ ਦ ਰੂਲਸ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ ਇਨ ਪੰਜਾਬ ਵਿਧਾਨ ਸਭਾ, ਸਾਡੇ ਕੋਲ ਇਸ ਪ੍ਰਾਈਵੇਟ ਮੈਂਬਰ ਬਿੱਲ ਨੂੰ ਇੰਟਰੋਡਿਊਸ ਕਰਨ ਨੂੰ ਸਾਡੇ ਕੋਲ ਪ੍ਰੋਵੀਜ਼ਨ ਹੈ ਜਿਹੜੀ ਮੈਂ ਕੋਟ ਕੀਤੀ ਹੁਣੇ। ਅਸੀਂ ਵਿਧਾਨ ਸਭਾ ਦੇ ਵਿੱਚ ਅੰਡਰ ਰੂਲ 115 ਆਫ ਦ ਰੂਲਸ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ ਇਨ ਪੰਜਾਬ ਵਿਧਾਨ ਸਭਾ, ਕੋਈ ਵੀ ਮੈਂਬਰ ਇਸ ਤਰ੍ਹਾਂ ਦਾ ਕੋਈ ਪੰਜਾਬ ਦੇ ਪ੍ਰਤੀ ਕੋਈ ਚੰਗੇ ਵਿਚਾਰ ਦੇ ਨਾਲ ਕੋਈ ਠੋਸ ਕਾਨੂੰਨ ਦੇ ਤਹਿਤ ਤਬਦੀਲੀ ਚਾਹੁੰਦਾ, ਅਮੈਂਡਮੈਂਟ ਚਾਹੁੰਦਾ, ਉਹ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਰੱਖਿਆ ਜਾ ਸਕਦਾ। ਔਰ ਮੈਂ ਕਹਿ ਰਿਹਾ ਸੀਗਾ ਕਿ ਤੁਸੀਂ ਦੇਖੋਗੇ ਕਿ ਜਦੋਂ ਐਡੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਲੋਕ ਬਾਹਰ ਚਲੇ ਗਏ, ਸਾਡੀ ਜਿਹੜੀ ਕੰਟਰੀਬਿਊਸ਼ਨ ਹੈ ਟੁਵਰਡ ਸੈਂਟਰਲ ਸਰਵਿਸਿਜ਼, ਜਿੱਥੇ ਸਾਡੇ ਬੱਚੇ ਪੜ੍ਹ ਕੇ IAS ਬਣਦੇ ਨੇ, IPS ਬਣਦੇ ਨੇ, ਦੇयर ਇਜ਼ ਅ ਸ਼ਾਰਪ ਡ੍ਰੌਪ। ਸਿਮਿਲਰਲੀ ਸਾਡੇ ਜਿਹੜੇ ਬੱਚੇ ਆਰਮਡ ਫੋਰਸਿਸ ਵਿੱਚ ਜਾਂਦੇ ਨੇ, ਫੌਜਾਂ ਵਿੱਚ ਜਾਂਦੇ ਨੇ, ਜਿਹੜੀਆਂ ਹੋਰ ਪੈਰਾਮਿਲਟਰੀ ਫੋਰਸਿਸ ਆ, ਉਹਦੇ 'ਚ ਪੰਜਾਬ ਦੀ ਜਿਹੜੀ ਪਾਰਟਿਸਿਪੇਸ਼ਨ ਹੈਗੀ ਆ, ਪੰਜਾਬ ਦੀ ਜਿਹੜੀ ਉੱਥੇ ਜਿਹੜੀ ਸਾਡੀ ਕੰਟਰੀਬਿਊਸ਼ਨ ਹੈ, ਉਹ ਸਾਰੀ ਇਸ ਦੇਸ਼ ਦੇ ਵਿੱਚ ਬਿਲਕੁਲ ਨਾਮਾਤਰ ਹੁੰਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਇਸ ਕਰਕੇ ਪੰਜਾਬ ਦੀ ਹੋਂਦ ਨੂੰ ਬਚਾਉਣ ਵਾਸਤੇ, ਪੰਜਾਬ ਦੀ ਇਕਨੋਮੀ ਨੂੰ ਬਚਾਉਣ ਵਾਸਤੇ, ਪੰਜਾਬ ਦੇ ਜਿਹੜਾ ਸਾਡਾ ਡੈਮੋਗ੍ਰਾਫਿਕ ਆਬਾਦੀ ਦਾ ਸੰਤੁਲਨ ਵਿਗੜ ਰਿਹਾ, ਉਸ ਨੂੰ ਬਚਾਉਣ ਵਾਸਤੇ ਇਹ ਬਿੱਲ ਬਹੁਤ ਮਹੱਤਵਪੂਰਨ ਹੈ। ਔਰ ਮੈਂ ਜਦੋਂ ਸਪੀਕਰ ਸਾਹਿਬ ਨਾਲ ਅਸੀਂ ਤੇ ਪ੍ਰਤਾਪ ਸਿੰਘ ਬਾਜਵਾ ਅਸੀਂ ਡਿਸਕਸ਼ਨ ਕੀਤੀ ਆ, ਉਹਨਾਂ ਨੇ ਸਾਡੇ ਨਾਲ ਸਹਿਮਤੀ ਜਤਾਈ ਹੈ ਕਿ ਬਹੁਤ ਮਹੱਤਵਪੂਰਨ ਮੁੱਦਾ ਵਾ, ਔਰ ਮੈਂ ਆਪਣੀ ਪਾਰਟੀ ਦੇ ਵਿੱਚ ਇਸ ਨੂੰ ਡਿਸਕਸ਼ਨ ਤੋਂ ਬਾਅਦ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਇਸ ਕਾਨੂੰਨ ਇਸ ਪ੍ਰਾਈਵੇਟ ਮੈਂਬਰ ਨੂੰ ਕਾਨੂੰਨ ਦੀ ਸ਼ਕਲ ਦੇਵਾਂਗੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਕਿਉਂਕਿ ਇਹ ਕੋਈ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ, ਇਹ ਕਿਸੇ ਪਾਰਟੀ ਵਿਸ਼ੇਸ਼ ਦਾ ਇਹ ਕੋਈ ਏਜੰਡਾ ਨਹੀਂਗਾ। ਇਹ ਜਿੱਦਾਂ ਕਹਿੰਦੇ ਪੰਜਾਬ ਪੰਜਾਬੀਅਤ, ਇਹ ਉਸ ਦਾ ਇੱਕ ਸਾਂਝਾ ਏਜੰਡਾ ਵਾ। ਇਸ ਕਰਕੇ ਇਸ ਏਜੰਡੇ ਨੂੰ ਅੰਜਾਮ ਦੇਣ ਵਾਸਤੇ ਸਾਡੇ ਕੋਲ ਪੰਜਾਬ ਦੀ ਵਿਧਾਨ ਸਭਾ ਨਾਲੋਂ ਬਿਹਤਰ ਕੋਈ ਪਲੇਟਫਾਰਮ ਨਹੀਂਗਾ। ਔਰ ਮੈਂ ਉਮੀਦ ਕਰਦਾ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਕਹਿੰਦੀਆਂ ਅਸੀਂ ਪੰਜਾਬ ਲਈ ਸੁਹਿਰਦ ਹਾਂ, ਅਸੀਂ ਪੰਜਾਬ ਦੇ ਹਿੱਤ ਵਿੱਚ ਖੜੇ ਹਾਂ, ਅਸੀਂ ਪੰਜਾਬ ਦੇ ਵਿੱਚ ਅਸੀਂ ਉਹਦੀ ਹੋਂਦ ਨੂੰ ਬਰਕਰਾਰ ਕਰਨ ਵਾਸਤੇ ਖੜੇ ਹਾਂ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਯੂਨਿਟ ਹੈ। ਮੈਂ ਉਮੀਦ ਇਹ ਕਰਦਾ ਵਾਂ ਕਿ ਇਸ ਬਿੱਲ ਨੂੰ ਸਾਰੇ ਅਨਕੰਡੀਸ਼ਨਲ ਔਰ ਯੂਨੈਨਿਮਸ ਸਪੋਰਟ ਦੇਣਗੇ ਤਾਂ ਕਿ ਛੇਤੀ ਤੋਂ ਛੇਤੀ ਜਿਹੜਾ ਕਾਨੂੰਨ ਬਣਾਇਆ ਜਾਵੇ। ਹੁਣ ਇਹਦੇ 'ਚ ਕਾਨੂੰਨ ਕੀ ਆ ਕਿ ਇਹ ਨਹੀਂ ਮੈਂ ਕਹਿ ਰਿਹਾ ਕਿ ਕੋਈ ਵੀ ਨਹੀਂ ਆਣ ਕੇ ਇੱਥੇ ਜ਼ਮੀਨ ਲੈ ਸਕਦਾ, ਬਿਲਕੁਲ ਲੈ ਸਕਦਾ। ਸੋ ਇਹਦਾ ਮੋਟਿਵ ਕੀ ਆ ਕਿ ਜਿੱਦਾਂ ਹਿਮਾਚਲ ਪ੍ਰਦੇਸ਼ ਨੇ ਜਾਂ ਹੋਰ ਸਟੇਟਸ ਨੇ ਇਹਦੀਆਂ ਸ਼ਰਤਾਂ ਰੱਖੀਆਂ ਹੋਈਆਂ ਨੇ, ਦੇयर इज अ ਰਿਸਟ੍ਰਿਕਸ਼ਨ, ਨੋਬਡੀ ਕੈਨ ਜਸਟ ਕਮ ਆਊਟਰਾਈਟਲੀ ਫਰਮ ਪੰਜਾਬ। ਪੈਸੇ ਦਿੱਤੇ 20 ਲੱਖ ਰੁਪਇਆ, ਪਹਿਲਾਂ 1 ਏਕੜ ਦੇ ਮਾਲਕ ਬਣ ਗਏ, ਫਿਰ ਉੱਥੇ ਵੋਟਰ ਕਾਰਡ ਬਣਾਇਆ ਤੇ ਫਿਰ ਉੱਥੇ ਵੋਟਰ ਬਣ ਗਏ। ਅੱਜ ਪੰਜਾਬ ਦੀ ਅਸੈਂਬਲੀ ਵਿੱਚ ਮੈਂ ਕਿਸੇ ਦੇ ਖਿਲਾਫ ਨਹੀਂਗਾ, ਆਲਰੇਡੀ ਇੱਕ ਗੈਰ ਪੰਜਾਬੀ ਜਿਹੜਾ ਮੈਂਬਰ ਬਣ ਚੁੱਕਾ ਪੰਜਾਬ ਦੀ ਵਿਧਾਨ ਸਭਾ ਦੇ। ਬਹੁਤ ਸਾਰੇ ਕਾਉਂਸਲਰਸ, ਮੈਂ ਉਹਨਾਂ ਦੇ ਵੀ ਖਿਲਾਫ ਨਹੀਂਗਾ। ਲੈਟ ਮੀ ਟੈਲ ਯੂ, ਜਿਹੜੇ ਬੰਦੇ ਆ ਚੁੱਕੇ ਨੇ, ਵੋਟਰ ਬਣ ਚੁੱਕੇ ਨੇ, ਇੱਥੇ ਸੈਟਲ ਹੋ ਚੁੱਕੇ ਨੇ, ਉਹ ਤਾਂ ਆਲਰੇਡੀ ਪੰਜਾਬੀ ਬਣ ਚੁੱਕੇ ਨੇ, ਉਹ ਜੀ ਸੱਦ ਕੇ ਪੰਜਾਬ ਦੀ ਧਰਤੀ ਦੇ ਉੱਤੇ ਰਹਿਣਗੇ।
लेकिन फर्दर वी हैव टू प्रिवेंट। बहुत सारे लुधियाना आदि ਵੱਡੇ ਸ਼ਹਿਰਾਂ ਵਿੱਚ बहुत सारे गैर पंजाबी ਜਿਹੜੇ काउंसलर बन चुके हैं। मैं इस गल के कतई खिलाफ नहीं गा, लेकिन मैं चाहना कि आने वाले समय के ਜਿਹੜਾ भी कोई व्यक्ति आवे वो अगर एग्रीकल्चर लैंड लेना चाहता हिमाचल में तुसीं लै सकते हो, लेकिन वो कुछ शर्तां फॉलो करनियां पैंदियां। ਉਹਦੇ ਨਾਲ ਕੀ ਹੁੰਦਾ कि ਜਿਹੜਾ नॉन सीरीयस परचेजर आ वो सारा फिल्टर हो जाता। सिर्फ ਜਿਹੜਾ जैनुअन बायर आ वो आन के पंजाब दे विच ਜ਼ਮੀਨ ਲੈ सके। और इस तरह इंडस्ट्री वास्ते कोई मनाही ना समझी जाए। इंडस्ट्रियल इन्वेस्टमेंट इज मोस्ट वेलकम, बट दे अगेन हैव टू फॉलो सर्टन प्रोविजन्स ऑफ द रूल ऑफ लॉ विच विल बी इंप्लीमेंटेड इन पंजाब इन द कमिंग डेज। कुछ लोग कहेंगे जी हुण असीं विदेशों में जा रहे हैं तो उत्थे क्यों नहीं कानून है। लेट मी टेल यू, कैनेडा दे विच दे हैव इंट्रोड्यूस्ड लॉ, जस्टिन ट्रूडो ईवन रिसेंटली, कि कोई रैंडमली आन के उत्थे प्रॉपर्टी नहीं खरीद सकता। कैनेडा ने भी लॉ बनाया क्योंकि वो समझते हैं कि साडी भी जिहड़ा संतुलन है ओरिजिनल कैनेडियंस का उन्हां दी आइडेंटिटी खतरे विच आ। इस करके इहदी अहमियत बहुत ज़्यादा वा। और मैं उम्मीद करदा मैं अपने पार्टी दे विच असीं ब्रॉडली डिस्कस किया होया इस बिल नूं, लगभग कंसेंसस सीगा पिछले विधान सभा के सैशन दे विच। और मैं शुक्रगुजार हाँ प्रताप सिंह बाजवा का जिहड़े मेरे नाल गए ने, उन्होंने भी इहनूं डिस्कशन दे वास्ते सहमति दित्ती है। और मैं स्पीकर साहब का भी धन्नवाद करदा, उन्होंने भी ब्रॉडली ही हैज़ अग्रीड इन प्रिंसिपल कि दिस नीड्स टू बी इंट्रोड्यूस्ड। हुण इत्थे आण के सारियां पार्टियां का पता लग जाएगा जिहड़े कहिंदे ने असीं पंजाब दे मुदई हाँ। जे मुदई ने तो फिर दूसरियां सूबियां की तर्ज ते सानू ये कानून बनाउण दे विच सहाई होणगे। अगर वो मुदई नहीं गए, फर्जी मुदई ने, गलत सिर्फ प्रचार करते हैं, सिर्फ लोक दिखावा है, सिर्फ मूँह दिखावा है, तो फिर उन्हां दा जिहड़ा चेहरा बेनकाब होना भी पंजाब दे हित विच, पंजाब दे लोकां दी जानकारी वास्ते बहुत लाजमी है। सो मैं उम्मीद करदा वां कि तुसीं सारे जिहड़ा है इस बिल नूं ज़्यादा तो ज़्यादा अपने जरिए सारी दुनिया विच बैठे पंजाबियों तक पहुँचाओगे, एक पब्लिक ओपीनियन बिल्ड करोगे। आ मेरे कोल हिमाचल प्रदेश का एक्ट है जिहड़ा मैं गूगल ते रिसर्च करके इसनूं डाउनलोड किया, इसनूं पूरे नूं स्टडी किया है। तो राजस्थान दे विच भी है, तुसीं राजस्थान दे विच भी आउटराइटली जाके जमीन नहीं लै सकदे। कोई पंजाब दा बशिंदा ना जम्मू कश्मीर च लै सकदा, ना हिमाचल प्रदेश विच लै सकदा, ना राजस्थान विच लै सकदा। शायद कुछ शर्तां गुजरात विच भी। तुहानूं पता वा कि गुजरात के कच्छ के इलाके विच अरसे तो बैठे पंजाबी जिन्हां ने उस जमीन नूं आबाद किया, उन्हां दी सारी जिहड़ी ओनरशिप टाइटल सीगा वो बीजेपी दी गुजरात दी सरकार ने अज तो 5-7 साल पहला रद्द कर दिता वा। और उन्होंने हाईकोर्ट नूं अप्रोच किया, हाईकोर्ट चों जित गए केस। ये बावजूद सरकार ने सुप्रीम कोर्ट में जाके एक SLP अपील पाई और उन्हां दी मलकीयत जिहड़ी आ वो दोबारा उसनूं स्टे करवा दिता, उस ते रोक लगवा दी। अज कच्छ दे इलाके विच बैठे सैकड़े परिवार सिखां दे पंजाबियां दे उत्थों दे मालिक नहीं बन सकते। सो दैट इज द लॉ एंड आई होप दैट ऑल पोलिटिकल पार्टीज, ऑल लीडर्स कटिंग अक्रॉस पार्टी लाइन्स विल सपोर्ट दिस एक्ट, विल सपोर्ट दिस बिल यूनैनिमसली। सो मैं तुहाडा सारिआं दा अज इस आइडिया जिहड़ा तुहाडे राहीं फ्लोट किया, मैं पंजाब दे सारे बशिंदिਆਂ ਨੂੰ अपील करूँगा कि तुसीं भी इस नूं प्रचारो, कल्ले कल्ले पंजाबी तक पहुँचाओ, ताकि साडे जिहड़े आगू ने MLAs उन्हां ते प्रेशर बिल्ड होवे कि वो विधान सभा विच आण के कहण कि हाँ जी ये जिहड़ा कानून है वो जरूर बनना चाहिए। ये मैं सिर्फ एक बिल मूव कर रहा, ये कोई मेरा कोई कल्ले दा कोई ना तो फर्ज आ ना मैं कल्ले दी कोई जिम्मेवारी है। मैं समझदा कि पंजाब दे 3 करोड़ आबादी दे इलैक्टेड रिप्रजेंटेटिव्स दी ये जिम्मेवारी बनती है कि पंजाब दे इंटरस्ट नूं सेफगार्ड करनगे। मैं तुहाडा सब दा बड़ा मशकूर है। अगर किसी ने कोई सवाल पूछना तुसीं पुछ सकदे नहीं। ये एग्रीकल्चर पर्पस की जमीन लैण वास्ते भी ये शर्तां होणियां चाहीदियां, इंडस्ट्रियल जमीन इंडस्ट्रियल इन्वेस्टमेंट लैण वास्ते भी ये शर्तां लागू होणियां चाहीदियां। मोहाली दे विच बहुत सारियां इहो जिहियां फैक्ट्रियां इंडस्ट्री है, एक भी पंजाबी बंदा नहीं हैगा। जे उत्थे औरतां भी ने तां ओह बाहर ਦੀਆਂ ने। की साडे अच्छा सवाल किया मेरे छोटे वीर पत्रकार ने कि साडियां नौकरियां दे उत्ते भी बहुत ज़्यादा वो बट नैचुरल है। जो साडी वर्कफोर्स जिन्हों असीं पहलां पालिया वड्डा कीता, उन्होंने पढ़ाया लिखाया, उहदे ते स्टेट ने इन्वेस्टमेंट की,
ਉਹ ਪਲਿਆ ਪੜਾਇਆ ਹਿਊਮਨ ਰਿਸੋਰਸ ਵਰਕਫੋਰਸ ਦੇਸ਼ਾਂ ਵਿਦੇਸ਼ਾਂ ਨੂੰ ਚਲ ਜਾਣ। ਜਦੋਂ ਇੱਥੇ ਵੈਕਿਊਮ ਕ੍ਰੀਏਟ ਹੋਵੇਗਾ ਤੇ ਦੂਸਰੇ ਲੋਕਾਂ ਨੇ ਆਣ ਕੇ ਉਸ ਵੈਕਿਊਮ ਨੂੰ ਭਰਨਾ ਵਾ, ਉਹ ਭਰਨ, ਮੈਂ ਕਹਿ ਰਿਹਾ ਪੈਸੇ ਕਮਾਉਣ, ਰੋਜ਼ਗਾਰ ਲੈਣ, ਲੇਕਿਨ ਇੱਥੋਂ ਦੇ ਪੱਕੇ ਬਸ਼ਿੰਦੇ ਅਗਰ ਬਣਾਵਾਂਗੇ ਉਹਦੇ ਨਾਲ ਪੰਜਾਬ ਦੀ ਆਈਡੈਂਟੀਟੀ ਦਾ ਕ੍ਰਾਈਸਿਸ ਆ। ਸੋ ਲੈਟ ਮੀ ਕਲੈਰੀਫਾਈ ਵਨਸ ਅਗੇਨ, everybody is welcome to work in Punjab, everybody is welcome to have industrial investment or any sort of investment in Punjab. We have no issues at all, but they cannot become permanent residents of the state, just like people cannot just become permanent residents of Himachal Pradesh, they cannot become permanent residents of Rajasthan, they cannot become permanent residents of Jammu Kashmir until abrogation of Article 370 which protected their identity. ਖੈਰ ਸਾਹਿਬ, ਇਹ ਸਵਾਲ ਇੱਕ ਬੜਾ ਅਹਿਮ ਹੈ ਕਿ ਜਿਨ੍ਹਾਂ ਸਟੇਟਾਂ ਦੇ ਵਿੱਚ ਪੰਜਾਬ ਦੇ ਬਸ਼ਿੰਦਿਆਂ ਨੂੰ ਜ਼ਮੀਨ ਲੈਣ ਦੀ ਪਰਮਿਸ਼ਨ ਨਹੀਂ ਹੈਗੀ, ਕੀ ਤੁਸੀਂ ਸਿਰਫ ਉਹਨਾਂ ਦਾ ਜ਼ਿਕਰ ਕਰ ਰਹੇ ਹੋ ਜਾਂ ਸਾਰੀਆਂ ਸਟੇਟਾਂ ਦਾ ਜ਼ਿਕਰ ਕਰ ਰਹੇ ਹੋ ਕਿ ਸਾਰੀਆਂ ਸਟੇਟਾਂ ਦੇ ਲੋਕਾਂ ਨੂੰ ਪਰਮਿਸ਼ਨ ਲੈਣੀ ਪਊ? ਨਹੀਂ, ਦੇਖੋ ਗੱਲ ਇਹ ਆ ਕਿ ਇਹ ਵਿਧਾਨ ਸਭਾ ਇੱਕ ਆਟੋਨੋਮਸ ਬੋਡੀ ਆ। ਤੁਸੀਂ ਸਾਰੇ ਜਾਣਦੇ ਹੋ ਕਿ ਡੈਮੋਕ੍ਰੇਸੀ ਵਿੱਚ ਲੈਜਿਸਲੇਚਰ ਦਾ ਇੱਕ ਇੰਪੋਰਟੈਂਟ ਪਿਲਰ ਆ। ਚਾਰੇ ਪਿਲਰ ਗਿਣਦੇ ਆ ਆਪਾਂ, ਲੈਜਿਸਲੇਚਰ, ਜੁਡੀਸ਼ਰੀ ਐਂਡ ਐਗਜ਼ੈਕਟਿਵ ਐਂਡ ਮੀਡੀਆ, ਜਿਹਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ। ਸੋ ਹੋ ਸਕਦਾ ਕੁਝ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਸੂਬੇ ਨੇ, ਉਹਨਾਂ ਨੇ ਕਾਨੂੰਨ ਇਸ ਤਰ੍ਹਾਂ ਦਾ ਨਹੀਂ ਘੜਿਆ, ਪਰ ਪੰਜਾਬ ਨੂੰ ਇੱਕ ਘੜਨ ਦੀ ਲੋੜ ਹੈਗੀ ਆ। ਇਸ ਕਰਕੇ ਮੈਂ ਕਹਿ ਰਿਹਾ ਵਾਂ, ਔਰ ਮੈਂ ਕਹਿ ਰਿਹਾ ਵਾਂ ਕਿ ਇਹਦੀ ਮੈਂ ਪਿੱਛੇ ਦਲੀਲ ਵੀ ਦਿੱਤੀ ਬਕਾਇਦਾ, ਕਿ ਜਦੋਂ ਆਪਣੇ ਬੱਚੇ ਵਿਦੇਸ਼ਾਂ ਵਿੱਚ ਚਲ ਜਾਂਦੇ ਨੇ, ਇੱਥੇ ਜਿਹੜਾ ਕੰਮ ਹੁੰਦਾ, ਤੁਸੀਂ ਦੇਖੋ, ਤੁਸੀਂ ਕਦੀ ਸਰਕਾਰੀ ਸਕੂਲ ਵਿੱਚ ਜਾ ਕੇ ਦੇਖਿਓ। ਮੈਂ ਕੁਝ ਸਰਕਾਰੀ ਸਕੂਲਾਂ ਵਿੱਚ ਵੇਰਵਾ ਪ੍ਰਾਪਤ ਕੀਤਾ, ਸਮਥਿੰਗ ਲਾਈਕ 35-40% ਬੱਚੇ ਸਰਕਾਰੀ ਸਕੂਲਾਂ 'ਚ ਉਹ ਗੈਰ ਪੰਜਾਬੀਆਂ ਦੇ ਪੜ੍ਹ ਰਹੇ ਨੇ। ਇਸ ਤੇ ਵੀ ਇਤਰਾਜ਼ ਕੋਈ ਨਹੀਂਗਾ, ਪੰਜਾਬੀ ਪੜ੍ਹਨ, ਪੰਜਾਬੀ ਬੋਲਣ, ਪੰਜਾਬੀ ਰਹਿਣ, ਲੇਕਿਨ ਜਦ ਤੱਕ ਉਹ ਬੋਨਾਫਾਈਡ ਹੀ ਪੰਜਾਬੀ ਨਹੀਂ ਗੇ, ਕਿਸੇ ਵੀ ਨੌਨ ਬੋਨਾਫਾਈਡ ਹੀ ਪੰਜਾਬੀ ਨੂੰ ਆਟੋਮੈਟਿਕਲੀ ਪੰਜਾਬ ਦੇ ਵਿੱਚ ਬਾਈ ਵਰਚੂ ਆਫ ਬਾਇੰਗ ਲੈਂਡ ਔਰ ਜਸਟ ਕਮਿੰਗ ਟੂ ਵਰਕ ਹੇਅਰ, ਉਹਨੂੰ ਇੱਥੋਂ ਦਾ ਵੋਟਰ ਨਾ ਬਣਾਇਆ ਜਾਵੇ। ਇਹਦੇ ਨਾਲ ਕੀ ਹੋਊਗਾ ਕਿ ਆਉਣ ਵਾਲੇ ਕੁਝ ਦਹਾਕਿਆਂ 'ਚ ਸਾਡਾ ਜਿਹੜਾ ਡੈਮੋਗ੍ਰਾਫਿਕ ਸਿਚੁਏਸ਼ਨ ਆ, ਆਬਾਦੀ ਦਾ ਜਿਹੜਾ ਇੰਬੈਲੈਂਸ ਹੈਗਾ ਵਾ, ਉਹ ਬਚਾਓ ਤੇ ਬਰਕਰਾਰ ਰਹੇਗਾ। ਪਰ ਖਹਿਰਾ ਸਾਹਿਬ, ਬਹੁਤ ਸਾਰੇ ਲੋਕ ਜਿਹੜੇ ਪੰਜਾਬੀ ਨੇ ਉਹ ਦਿੱਲੀ ਵੀ ਜਾਂਦੇ ਨੇ, ਬੰਬੇ ਜਾਂਦੇ ਨੇ, ਜਾਂ ਹੋਰ ਕਿਸੇ ਸੂਬੇ ਜਾਂਦੇ ਨੇ, 3-4 ਸੂਬੇ ਨੂੰ ਛੱਡ ਕੇ ਬਾਕੀ ਦਾ ਕਿਤੇ ਕੋਈ ਇਹੋ ਜਿਹੀ ਰੋਕ ਪਾਬੰਦੀ ਹੈ ਨਹੀਂ। ਫਿਰ ਉਹ ਮੈਂ ਫਿਰ ਰੀਇਟਰੇਟ ਕਰ ਦਿੰਦਾ ਕਿ ਅਕਸਰ 3-4 ਸੂਬਿਆਂ ਨੇ ਵੀ ਕਾਨੂੰਨ ਬਣਾਇਆ ਨਾ, ਤਾਂ ਮੈਂ ਉਹਨੂੰ ਸਾਈਟ ਕਰ ਰਿਹਾ ਵਾਂ। 3-4 ਸੂਬਿਆਂ ਨੇ ਇਸ ਲਈ ਬਣਾਇਆ ਕਿਉਂਕਿ ਇਹ, ਜਿੱਦਾਂ ਹੁਣ ਜੰਮੂ ਕਸ਼ਮੀਰ ਆ, ਉਹ ਘੱਟ ਗਿਣਤੀ ਸਟੇਟ ਹੈ ਮੁਸਲਿਮਸ ਦੀ। ਉਹਨਾਂ ਨੂੰ ਪਤਾ ਵਾ ਕਿ ਜੇ ਸਾਰੇ ਦਰਵਾਜ਼ੇ ਖੋਲ੍ਹਤੇ ਤਾਂ ਜੰਮੂ ਕਸ਼ਮੀਰ ਤਾਂ ਅੱਜ ਨਹੀਂ, ਅੱਜ ਕਿਉਂਕਿ ਉੱਥੇ ਬਹੁਤ ਜ਼ਿਆਦਾ ਮਿਲੀਟੈਂਸੀ ਦਾ ਡਰ ਆ, ਹੁਣ ਇਹਨਾਂ ਨੇ ਖੋਲ੍ਹੇ ਹੋਏ ਨੇ, ਉੱਥੇ ਜਾ ਕੇ ਕਿਸੇ ਨੇ ਜ਼ਮੀਨ ਨਹੀਂ ਲਈ, ਡਰਦਿਆਂ ਨੇ। ਪਰ ਅਗਰ ਉੱਥੇ ਹਾਲਾਤ ਨਾਰਮਲ ਹੁੰਦੇ, ਜੰਮੂ ਕਸ਼ਮੀਰ ਹੁਣ ਨੂੰ ਦਿੱਲੀ ਵਾਲਿਆਂ ਨੇ ਤੇ ਬੰਬੇ ਵਾਲਿਆਂ ਨੇ ਖਰੀਦ ਲੈਣਾ ਸੀਗਾ। ਇਦਾਂ ਹੀ ਹਿਮਾਚਲ ਤੁਹਾਨੂੰ ਕੋਟ ਕੀਤਾ। ਵੀ ਆਰ ਅ ਮਾਈਨੋਰਿਟੀ ਸਟੇਟ, ਇਟਸ ਨਾਟ ਲਾਈਕ ਅਦਰ। ਦੇਖੋ, ਮੱਧ ਪ੍ਰਦੇਸ਼ ਨੂੰ, ਰਾਜਸਥਾਨ ਨੂੰ, ਸੈਂਟਰਲ ਹਿੰਦੀ ਬੈਲਟ ਨੂੰ, ਇਹ ਜਿਹੜੀਆਂ ਉੱਤਰ ਪ੍ਰਦੇਸ਼ ਨੂੰ, ਦੇ ਮੇ ਨਾਟ ਫੀਲ ਦ ਨੀਡ ਟੂ ਬ੍ਰਿੰਗ ਇਨ ਸੱਚ ਅ ਲਾਅ, ਬਟ ਪੰਜਾਬ ਡੈਫੀਨਿਟਲੀ ਹੈਜ਼ ਟੂ, ਇਟ ਫੀਲਸ ਦ ਨੀਡ, ਤਾਂ ਕਿ ਸਾਡੇ ਸੂਬੇ ਵਿੱਚ ਬਾਹਰੋਂ ਆਣ ਕੇ ਲੋਕੀ ਕਾਬਜ ਨਾ ਹੋ ਜਾਣੇ। ਵਰਡ ਥੋੜਾ ਜਿਹਾ ਭੈੜਾ ਲੱਗ ਰਿਹਾ ਵਾ, ਲੇਕਿਨ ਅਸਲ ਵਿੱਚ ਇਹਦਾ ਸਹੀ ਅਰਥ ਹੈ ਕਿ ਸਾਡੇ ਸੂਬੇ ਦੇ ਵਿੱਚ ਕਾਬਜ ਨਾ ਹੋ ਜਾਣ। ਅਗਰ ਉਹ ਹੋ ਜਾਣਗੇ ਤੇ ਜੇ ਕੱਲ ਨੂੰ 20-25 ਸਾਲ ਬਾਅਦ ਬੰਦੇ ਹੀ ਇੱਥੇ ਰਿਪਰੈਜ਼ੈਂਟ ਕਰਨਗੇ ਨੌਨ ਪੰਜਾਬੀ, ਭਾਵੇਂ ਉਹ ਆਪਣੇ ਆਪ ਨੂੰ 100 ਵਾਰ ਕਹਿਣ ਕਿ ਅਸੀਂ ਪੰਜਾਬ 'ਚ ਆ ਕੇ ਇੱਥੋਂ ਦੇ ਅਸੀਂ ਕਰੈਕਟਲੀ ਬਸ਼ਿੰਦੇ ਬਣੇ ਆ, ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਉਹਨਾਂ ਦੇ ਜਜ਼ਬਾਤ ਨਹੀਂ ਹੋਣਗੇ ਜੋ ਪੰਜਾਬ ਦਾ ਪਲਿਆ ਹੋਇਆ ਜੰਮ ਪਲ ਓਰੀਜਨਲ ਬਸ਼ਿੰਦਾ, ਜਿਹਦੇ ਜਜ਼ਬਾਤ ਪੰਜਾਬ ਦੇ ਪਾਣੀਆਂ ਦੇ। ਇਹ ਇੱਕ ਉਦਾਹਰਨ ਤੁਹਾਨੂੰ ਸਿਰਫ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਪੰਜਾਬ ਦੀ ਜ਼ਮੀਨ ਦੀ ਗੱਲ ਕਰਦੇ, ਜ਼ਮੀਨ ਦੀ ਰਾਖੀ ਦੀ ਗੱਲ ਭਗਵੰਤ ਮਾਨ ਕਰਦੇ ਸੀ, ਤੁਹਾਨੂੰ ਪ੍ਰਾਈਵੇਟ ਬਿੱਲ ਪੇਸ਼ ਕਰਨਾ ਪੈ ਰਿਹਾ। ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਵੱਲੋਂ ਇਦਾਂ ਦਾ ਐਫਰਟ ਹੋ ਜਾਣਾ ਚਾਹੀਦਾ? ਨਹੀਂ, ਕਿਸੇ ਨੇ ਸੁਝਾਅ ਦੇਣਾ ਪੈਣਾ ਨਾ ਜੀ। ਅਕਾਲੀ ਦਲ ਦਾ ਦੇਰ ਆ ਰੀਜਨਲ ਪਾਰਟੀ, ਦੇਰ ਸੇ ਕਿ ਅਸੀਂ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਆ, ਅਸੀਂ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੇ, ਲੇਕਿਨ ਸ਼ਾਇਦ ਉਹਨਾਂ ਨੂੰ ਇਹ ਸੁਝਿਆ ਨਹੀਂਗਾ, ਉਹਨਾਂ ਨੇ ਕੋਈ ਇਸ ਦੀ ਲੋੜ ਮਹਿਸੂਸ ਨਹੀਂ ਕੀਤੀ। ਮੈਂ ਕਾਫੀ ਅਰਸੇ ਤੋਂ ਸੋਚਣ ਵਿਚਾਰਨ ਤੋਂ ਬਾਅਦ ਸਾਰਾ ਕ੍ਰਾਸ ਸੈਕਸ਼ਨ ਆਪਣੇ ਸਮਾਜ ਵਿੱਚ, ਆਪਣੇ ਇਲਾਕੇ ਤੋਂ ਲੈ ਕੇ ਪੰਜਾਬ ਦੇ ਚੰਗੇ ਚੰਗੇ ਬੰਦਿਆਂ ਨਾਲ, ਵਿਦਵਾਨਾਂ ਨਾਲ, ਬੁੱਧੀਜੀਵੀਆਂ ਨਾਲ, ਪੜ੍ਹਿਆ ਲਿਖਿਆ ਨਾਲ, ਇਹ ਇੱਕ ਕਦਮ ਹੋਵੇਗਾ ਜਦ ਤੱਕ ਉਹ ਬਾਹਰੋਂ ਬੱਚਿਆਂ ਨੂੰ ਜਾਣ ਤੋਂ ਨਹੀਂ ਰੋਕ ਸਕਦੇ, ਉਦੋਂ ਤੱਕ ਇਦਾਂ ਦਾ ਕੋਈ ਸੇਫਗਾਰਡ, ਦਿਸ ਇਜ਼ ਜਸਟ ਅ ਸੇਫਗਾਰਡ, ਇਹ ਸੇਫਗਾਰਡ ਕੀਤਾ ਜਾਵੇ ਜਿਹਦੇ ਨਾਲ ਸਾਡੇ ਪੰਜਾਬ ਦੀ
ਡਿਸਟਿੰਕਟ ਆਈਡੈਂਟੀਟੀ, ਵਿਲੱਖਣ ਪਹਿਚਾਨ ਬਚੀ ਰਵੇ। ਜਿਹੜਾ ਤੁਸੀਂ ਇਹ ਪੁਆਇੰਟ ਉਠਾ ਰਹੇ ਬੜਾ ਜਾਇਜ਼ ਹੈਗਾ, ਪਰ ਦੂਜੇ ਪਾਸੇ ਸੈਂਟਰ ਦੇ ਵਿੱਚ 26 ਤਰੀਕ ਨੂੰ ਜਿਹੜੀ ਪਰੇਡ ਨਿਕਲਣੀ ਹੈ ਉਹਦੇ ਵਿੱਚ ਪੰਜਾਬ ਦੀ ਝਾਕੀ ਤੇ ਦਿੱਲੀ ਦੀ ਝਾਕੀ ਨੂੰ ਮਨਾਹੀ ਕਰ ਦਿੱਤੀ ਕਿ 17 ਸਟੇਟਾਂ ਦੀਆਂ ਝਾਕੀਆਂ ਸ਼ਾਮਲ ਹੋਣਗੀਆਂ। ਤੁਸੀਂ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਦੀ ਗੱਲ ਕਰ ਰਹੇ, ਉਧਰੋਂ ਖਤਮ ਕੀਤੀ ਜਾਵੇ। ਨਹੀਂ, ਮਾੜੀ ਗੱਲ ਹੈ ਨਾ ਜੀ। ਦੈਟਸ ਵਾਟ ਆਈ ਐਮ ਸੇਇੰਗ ਕਿ ਪੰਜਾਬ ਆਹਿਸਤਾ ਆਹਿਸਤਾ ਇੱਕ ਇਸ ਤਰ੍ਹਾਂ ਦਾ ਸੂਬਾ ਜਿਹੜਾ ਦੇਸ਼ ਦਾ ਨੰਬਰ 1 ਸੂਬਾ ਸੀਗਾ, ਹਰ ਗੱਲ ਵਿੱਚ ਨੰਬਰ 1 ਤੇ ਸੀਗਾ, ਸਟਾਰਟਿੰਗ ਫਰੋਮ ਡਿਫੈਂਸ ਟੂ ਸਪੋਰਟਸ ਟੂ ਐਜੂਕੇਸ਼ਨ ਟੂ ਹੈਲਥ ਕੇਅਰ। ਅੱਜ ਸਾਡੀ ਝਾਕੀ ਨੂੰ ਜਿਹੜਾ 26 ਜਨਵਰੀ ਦੇ ਉੱਤੇ ਦਿੱਤਾ ਜਾ ਰਿਹਾ, ਉਹਨਾਂ ਨੂੰ ਐਂ ਲੱਗਦਾ ਕਿ ਦੇਰ ਇਜ਼ ਲੈਕ ਆਫ ਕੰਪੀਟੈਂਸੀ ਟੂ ਸ਼ੋਕੇਸ ਇਟਸ ਕਲਚਰ, ਇਟਸ ਟ੍ਰੈਡੀਸ਼ਨ। ਤਾਂ ਇਹ ਮੈਂ ਸਮਝਦਾ ਕਿ ਗਲਤ ਗੱਲ ਹੈ। ਪੰਜਾਬ ਦੀ ਰਿਪਰੈਜ਼ੈਂਟੇਸ਼ਨ ਉੱਥੇ ਜ਼ਰੂਰ ਹੋਣੀ ਚਾਹੀਦੀ ਹੈ ਜੀ। ਸਰ, ਮੁੱਖ ਮੰਤਰੀ ਪੰਜਾਬ ਹਾਲ ਹੀ ਦੇ ਵਿੱਚ ਮੁੰਬਈ ਗਏ ਹੋਏ ਨੇ ਕਿ ਰੁਜ਼ਗਾਰ ਪੰਜਾਬ ਵਿੱਚ ਲੈ ਕੇ ਆਇਆ ਜਾਵੇ, ਪਰ ਕੀ ਲੱਗਦਾ ਨੌਜਵਾਨ ਰੁਝਾਨ ਰੱਖਦੇ ਨੇ ਕਿ ਇੰਡਸਟਰੀਆਂ ਆਉਂਦੀਆਂ ਨੇ ਇੱਥੇ ਕੰਮ ਕੀਤਾ ਜਾਵੇ, ਪਰ ਉਹਨਾਂ ਦੇ ਵਿੱਚ ਹੀ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ। ਨੌਜਵਾਨ ਤਾਂ ਇਹ ਰੁਝਾਨ ਰੱਖਦੇ ਨੇ ਕਿ ਅਸੀਂ ਬਾਹਰ ਜਾਈਏ। ਇਹ ਫਿਰ ਇੱਕ ਬੜਾ ਸਵਾਲ, ਹਾਲਾਂਕਿ ਥੋੜਾ ਜਿਹਾ ਇਸ ਮੁੱਦੇ ਤੋਂ ਹਟ ਕੇ, ਪਰ ਮੈਂ ਇਸ ਮੁੱਦੇ ਨਾਲ ਕਨੈਕਟ ਕਰਦਾ। ਭਗਵੰਤ ਸਿੰਘ ਮਾਨ ਬਾਰ-ਬਾਰ ਜਾ ਰਹੇ ਨੇ, ਸਾਊਥ ਇੰਡੀਆ ਗਏ ਨੇ, ਹੁਣ ਕੱਲ ਪਰਸੋਂ ਦੇ ਉਹ ਮੁੰਬਈ ਗਏ ਨੇ ਕਿ ਮੈਂ ਇਨਵੈਸਟਮੈਂਟ ਲੈ ਕੇ ਆਉਣੀ ਆ। ਇਹਦਾ ਪਹਿਲਾ ਪੱਖ ਤਾਂ ਹੈ ਇਨਵੈਸਟਮੈਂਟ ਤਾਂ ਆਵੇਗੀ ਨਾ ਜੇ ਇੱਥੇ ਨੌਜਵਾਨਾਂ ਨੂੰ ਕੋਈ ਕੀ ਕਹਿੰਦੇ ਹੁੰਦੇ ਕਿ ਰਿਸਪੈਕਟੇਬਲ ਅਰਨਿੰਗ ਲਾਈਵਲੀਹੁੱਡ ਹੋਊਗਾ। ਰਿਸਪੈਕਟੇਬਲ ਲਾਈਵਲੀਹੁੱਡ ਇੱਕ ਪਾਸੇ ਕੈਨੇਡਾ, ਈਵਨ ਕੰਟਰੀਜ਼ ਲਾਈਕ ਇਟਲੀ, ਜਰਮਨੀ, ਫਰਾਂਸ, ਯੂਰਪ ਦੇ ਵਿੱਚ ਉਹ ਸਾਡੇ ਨੌਜਵਾਨਾਂ ਨੂੰ ਜਦੋਂ ਜਾਂਦੇ ਨੇ ਉੱਥੇ ਰਿਸਪੈਕਟੇਬਲ ਲਾਈਵਲੀਹੁੱਡ ਮਤਲਬ ਕਿ ਉਹਨਾਂ ਨੂੰ ਘੱਟੋ ਘੱਟ ਲੱਖ, 1.5 ਲੱਖ ਰੁਪਈਆ, 2 ਲੱਖ ਰੁਪਈਆ ਮਹੀਨੇ ਦੀ ਆਮਦਨ ਹੁੰਦੀ, ਤਾਂ ਹੀ ਉਹ ਭੱਜ ਰਹੇ ਨੇ ਸਾਰੇ। ਹੁਣ ਜਾਂ ਤਾਂ ਕੋਈ ਪੰਜਾਬ ਦਾ ਮਾਹੌਲ ਇਦਾਂ ਦਾ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਰਿਸਪੈਕਟੇਬਲ ਲਾਈਵਲੀਹੁੱਡ ਹੋਵੇ, ਹੋ ਨਹੀਂ ਰਿਹਾ। ਉਹਦਾ ਕਾਰਨ ਸਿੱਧਾ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀਅਲ ਇਨਵੈਸਟਮੈਂਟ ਉਦੋਂ ਤੱਕ ਨਹੀਂ ਆਵੇਗੀ ਜਦੋਂ ਤਾਈਂ ਸਾਡਾ ਪੰਜਾਬ ਦਾ ਪਾਕਿਸਤਾਨ ਨਾਲ ਬਾਰਡਰ ਨਹੀਂ ਖੁੱਲ੍ਹਾ। ਪਾਕਿਸਤਾਨ ਦਾ ਬਾਰਡਰ ਖੁੱਲੇ, ਜਿਹੜਾ ਸਾਡਾ ਸੈਂਟਰਲ ਏਸ਼ੀਆ ਦਾ, ਜਿਹਨੂੰ ਪੁਰਾਣੇ ਵੇਲੇ ਸਿਲਕ ਰੂਟ ਕਹਿੰਦੇ ਸੀ, ਕੱਲਾ ਪਾਕਿਸਤਾਨ ਵਪਾਰ ਨਹੀਂ, ਪਾਕਿਸਤਾਨ ਤੋਂ ਅੱਗੇ ਅਫਗਾਨਿਸਤਾਨ, ਅਫਗਾਨਿਸਤਾਨ ਤੋਂ ਅੱਗੇ ਈਰਾਨ, ਈਰਾਨ ਤੋਂ ਅੱਗੇ ਮੰਗੋਲੀਆ, ਮੰਗੋਲੀਆ ਤੋਂ ਅੱਗੇ ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਰਸ਼ੀਆ ਤੱਕ ਐਡਾ ਵੱਡਾ ਇੱਕ ਮਾਰਕੀਟ ਹੈ ਕਿ ਜੇ ਸਾਡਾ ਬਾਰਡਰ ਨਾ ਬੰਦ ਹੋਵੇ ਪਾਕਿਸਤਾਨ ਨਾਲ, ਤੇ ਜਿਹੜੀ ਆਮਦਨ ਸਾਨੂੰ ਯੂਰੋਪੀਅਨ ਕੰਟਰੀਜ਼ ਵਿੱਚ ਮਿਲ ਰਹੀ ਆ, ਇੱਥੇ ਪੰਜਾਬ ਦੇ ਖੇਤੀ ਦੇ ਕਿਸਾਨ ਨੂੰ ਵੀ ਮਿਲ ਸਕਦੀ ਤੇ ਵਪਾਰੀ ਨੂੰ ਵੀ ਮਿਲ ਸਕਦੀ। ਇਕੱਲਾ ਕਿਸਾਨਾਂ ਦਾ ਫਾਇਦਾ ਨਹੀਂ, ਇੰਡਸਟਰੀ, ਬਿਕੋਜ਼ ਪੰਜਾਬ ਇਜ਼ ਅ ਲੈਂਡਲੌਕਡ ਸਟੇਟ। ਕੋਈ ਬੰਦਰਗਾਹ ਨਹੀਂ ਹੈ, ਕੋਈ ਕੁਦਰਤੀ ਸਰੋਤ ਨਹੀਂ। ਪਾਣੀ ਸੀਗਾ ਉਹ 14 ਲੱਖ ਟਿਊਬਵੈੱਲ ਨਾਲ ਅਸੀਂ ਕੱਢਦੇ ਪੱਟਦੇ ਅਸੀਂ ਪਾਣੀ ਧਰਤੀ ਦਾ ਖਰਾਬ ਕਰ ਲਿਆ। ਇਸ ਕਰਕੇ ਪੰਜਾਬ ਨੂੰ ਬਚਾਉਣ ਵਾਸਤੇ ਬਹੁਤ ਦੂਰ ਅੰਦੇਸ਼ੀ ਦਾ ਸਬੂਤ ਦੇਣਾ ਪਵੇਗਾ ਆਗੂਆਂ ਨੂੰ। ਆ ਜਿਹੜੀ ਰੋਜ਼ ਛੋਟੀ ਛੋਟੀ ਲੜਾਈ ਕਰਦੇ ਤੋਂ ਉੱਤੇ ਉੱਠ ਕੇ ਤੇ ਦਿੱਲੀ ਵਿੱਚ ਜਾ ਕੇ ਪਰਮਾਨੈਂਟ ਪ੍ਰੈਸ਼ਰ ਬਿਲਡ ਕਰਨਾ ਪਵੇਗਾ ਕਿ ਸਾਡਾ ਵਪਾਰ ਦਾ ਤੁਸੀਂ ਬਾਰਡਰ ਖੋਲੋ ਤਾਂ ਕਿ ਅਸੀਂ ਆਪਣੇ ਜਿੰਸਾਂ ਨੂੰ ਉੱਥੇ ਵੇਚ ਸਕੀਏ। ਅੱਜ ਕਣਕ ਦਾ ਤੇ ਝੋਨੇ ਦਾ ਭਾਅ 2000 ਰੁਪਏ ਪ੍ਰਤੀ ਕੁਇੰਟਲ ਆ। ਜੇ ਸਿਲਕ ਰੂਟ ਹੈ ਸੈਂਟਰਲ ਏਸ਼ੀਆ ਦਾ ਖੁੱਲਾ ਹੋਵੇ, ਮੈਂ ਦਾਅਵੇ ਨਾਲ ਕਹਿ ਸਕਦਾ 4 ਤੋਂ 5000 ਰੁਪਏ ਪ੍ਰਤੀ ਕੁਇੰਟਲ ਸਾਡੀ ਕਣਕ ਤੇ ਝੋਨਾ ਵਿਕੇਗਾ। ਐਡਾ ਵੱਡਾ ਅੰਤਰ ਹੈ ਤੇ ਆਪਣੇ ਆਪ ਹੀ ਸਵਾਮੀਨਾਥਨ ਕਮੇਟੀ ਰਿਪੋਰਟ ਲਾਗੂ ਹੋ ਜੂਗੀ, ਆਪਣੇ ਆਪ ਹੀ ਸਾਡੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਪਰ ਜਦ ਤੱਕ ਇਹ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹ ਮਾਈਗ੍ਰੇਸ਼ਨ ਨਹੀਂ ਰੋਕ ਸਕਦੇ। ਤੇ ਜੇ ਮਾਈਗ੍ਰੇਸ਼ਨ ਨਹੀਂ ਰੋਕ ਸਕਦੇ ਆਪਣੀ ਪਹਿਚਾਣ ਦੀ ਗੱਲ ਕਰ ਲਿਓ, ਪਹਿਚਾਣ ਬੋਲੀ ਵੀ ਹੁੰਦੀ ਪੰਜਾਬੀ ਮਾਂ ਬੋਲੀ। ਮੈਂ ਰਿਪੋਰਟਿੰਗ ਕਰਦੇ ਹੋਏ ਦੇਖਿਆ ਗਰਾਊਂਡ ਲੈਵਲ ਤੇ ਕਿ ਯੂਪੀ ਬਿਹਾਰ ਤੋਂ ਆਏ ਉਹਨਾਂ ਨੂੰ 10-15 ਸਾਲ ਹੋ ਗਏ ਪੰਜਾਬ 'ਚ, ਕਹਿੰਦੇ ਅਸੀਂ 15 ਸਾਲ ਤੋਂ ਉਹਨਾਂ ਨੇ ਜ਼ਮੀਨ ਨਹੀਂ ਲਈ ਪਰ ਕਿਰਾਏ ਤੇ ਹੈ ਨਾ, ਅੱਜ ਤੱਕ ਉਹਨਾਂ ਨੇ ਪੰਜਾਬੀ ਸਿੱਖੀ ਹੈ, ਸਗੋਂ ਸਾਨੂੰ ਹਿੰਦੀ ਬੋਲਣੀ ਪੈਂਦੀ ਹੈ ਉਹਨਾਂ ਦੇ ਨਾਲ। ਬਹੁਤ ਛੋਟੇ ਛੋਟੇ ਕੰਮ ਆ ਜਿੱਥੇ ਉਹ ਖੁੱਲੀ ਫਿਰਦੇ ਆ, ਸਾਨੂੰ ਉਹਦੇ ਨਾਲ ਗੱਲਬਾਤ ਕਰਨ ਦੇ ਲਈ, ਕੁਝ ਖਰੀਦਣ ਲਈ ਹਿੰਦੀ ਬੋਲਣੀ ਪੈਂਦੀ ਹੈ। ਉਹਨਾਂ ਦੇ ਬੱਚੇ ਵੀ ਪੜ੍ਹਦੇ ਆ ਸਕੂਲਾਂ ਦੇ ਵਿੱਚ। ਕੁਦਰਤੀ ਗੱਲ ਹੈ ਕਿ ਜਦੋਂ ਗੈਰ ਪੰਜਾਬੀਆਂ ਨੇ ਇੱਥੇ ਆਣ ਕੇ ਵਪਾਰ ਕਰਨਾ, ਸਾਂਭਣਾ, ਕੰਮ ਕਰਨਾ, ਉਹਨਾਂ ਨਾਲ ਤੁਸੀਂ ਉਹਨਾਂ ਦੀ ਭਾਸ਼ਾ ਵਿੱਚ ਹੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਕਿ ਸ਼ਾਇਦ ਪੰਜਾਬੀ ਉਹ ਨਹੀਂ ਸਿੱਖ ਪਾ ਰਹੇ। ਔਰ ਇੰਨੇ ਸਾਲ ਰਹਿਣ ਤੋਂ ਬਾਅਦ ਵੀ ਕਈ ਕਰੈਕਟ ਡਾਇਲੈਕਟ ਵਿੱਚ ਪੰਜਾਬੀ ਵਿੱਚ ਨਹੀਂ ਬੋਲ ਪਾ ਰਹੇ ਕਿਉਂਕਿ ਉਹਨਾਂ ਦਾ ਇੰਟਰਸਟ ਨਹੀਂਗਾ। ਉਹਨਾਂ ਦਾ ਇੰਟਰਸਟ ਸਿਰਫ ਇੱਥੇ ਆਣ ਕੇ ਕਮਾਈ ਕਰਨ ਤੱਕ ਦੇ ਸਾਧਨਾਂ ਤੱਕ ਮਹਦੂਦ ਹੈਗਾ ਵਾ ਜੀ। ਇੰਡਸਟਰੀ ਦੀ ਗੱਲ ਕਰ ਰਹੇ ਸੀ ਮਾਨ ਸਾਹਿਬ, ਤੁਸੀਂ ਜਾ ਕੇ ਬਾਹਰ ਤਾਂ ਕਹਿ ਰਹੇ ਹੋ ਕਿ ਇੰਡਸਟਰੀਅਲ ਇਨਵੈਸਟਮੈਂਟ ਚੀਫ ਮਿਨਿਸਟਰ ਲੁਧਿਆਣੇ ਦੇ ਇੰਡਸਟਰੀਜ਼ ਜਾ ਕੇ ਉੱਥੇ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂਗਾ ਤੇ ਸਾਨੂੰ ਇਨਵੈਸਟਮੈਂਟ ਇੱਥੇ ਕਰਨ ਦੀ। ਜਦ ਤੱਕ ਅਸੀਂ ਆਪਣੀ ਸਟੇਟ ਦੀ ਲਾਅ ਐਂਡ ਆਰਡਰ ਨੂੰ ਔਰ ਆਪਣੀ ਜਿਹੜੀ ਹੋਂਦ ਹੈ ਇਸ ਨੂੰ ਬਚਾ ਨਹੀਂ ਸਕਦੇ। ਖੇਰਾ ਸਾਹਿਬ, ਇੱਕ ਹੈਲਥ ਸੈਕਟਰੀ ਨੂੰ ਲੈ ਕੇ ਤੁਸੀਂ ਕੱਲ ਇੱਕ ਟਵੀਟ ਵੀ ਕੀਤਾ ਸੀ ਜੋਈ ਸ਼ਰਮਾ ਨੂੰ ਕਿ on this particular bill I'll only be grateful. I have answers to practically every question that you have, but this we'll find another time. And ਮੈਂ ਤੁਹਾਡਾ ਬੜਾ ਮਸ਼ਕੂਰ ਹਾਂ ਸਾਰਿਆਂ ਦਾ ਕਿ ਤੁਹਾਡੇ ਜ਼ਰੀਏ
ਅੱਜ ਸਾਰੀ ਦੁਨੀਆ ਦੇ ਵਿੱਚ ਇਹ ਖਬਰ ਅਤੇ ਆਈਡੀਆ ਜਿਹੜਾ ਫਲੋਟ ਕੀਤਾ, ਮੈਂ ਆਈਡੀਆ ਫਲੋਟ ਕੀਤਾ, ਲੈਟ ਇਟ ਬੀ ਅੰਡਰ ਡਿਸਕਸ਼ਨ, let the Punjab MLAs discuss within their constituencies and then come to Punjab Vidhan Sabha prepared in the month of February and March when we are going to have the budget session and hopefully get this bill passed. ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਹਰਿਆਣਾ ਨੇ ਵੀ ਪਿੱਛੇ ਇੱਕ 75% ਜਿਹੜੀ ਆਰਕਸ਼ਣ ਰਿਜ਼ਰਵੇਸ਼ਨ ਫਿਕਸ ਕਰਤੀ ਸੀ ਕਿ ਹਰਿਆਣਵੀਜ਼ ਨੂੰ ਜਿਹੜੀ ਸਰਕਾਰੀ ਨੌਕਰੀਆਂ ਦੇ, ਕਿ ਪੰਜਾਬ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਰਿਜ਼ਰਵੇਸ਼ਨ ਕੁਦਰਤੀ ਸੁਭਾਵਕ ਗੱਲ ਹੈ ਨਾ। ਦੇਖੋ ਗੱਲ ਸੁਣੋ, ਪਹਿਲਾਂ ਤਾਂ ਅਸੀਂ ਆਪਣੀ ਹੋਂਦ ਬਚਾਵਾਂਗੇ, ਫਿਰ ਸਾਡੀਆਂ ਨੌਕਰੀਆਂ। ਹੁਣ ਹੋ ਕੀ ਰਿਹਾ ਵਾ ਕਿ ਸਾਡੇ ਆਈਏਐਸ ਅਫਸਰ ਵਗੈਰਾ ਬੜੇ ਹੁਸ਼ਿਆਰ ਨੇ, ਆਪ ਵੀ ਗੈਰ ਪੰਜਾਬੀ ਬਹੁਤ ਸਾਰੇ ਬੈਠੇ ਨੇ, ਜਿਹੜੀ ਡੋਮਿਸਾਈਲ ਦੀ ਸ਼ਰਤ ਲਾਉਂਦੇ ਨਹੀਂਗੇ। ਸਾਰੀਆਂ ਨੌਕਰੀਆਂ ਕੋਈ ਹਿਮਾਚਲ ਲੈ ਗਿਆ, ਕੋਈ ਰਾਜਸਥਾਨ ਲੈ ਗਿਆ, ਔਰ ਜਿਹੜਾ ਹੁਣ ਪਿੱਛੇ ਸਿਲੇਬਸ ਬਦਲਿਆ ਇਹਨਾਂ ਨੇ, ਉਹਦੇ 'ਚ ਪੰਜਾਬੀ ਦੀ ਅਹਿਮੀਅਤ ਜਿਹੜੀ ਸੀ, ਸਾਡੇ ਕਲਚਰ ਦੀ, ਸੱਭਿਆਚਾਰ ਦੀ, ਸਾਡੇ ਇਤਿਹਾਸ ਦੀ, ਉਹ ਵੀ ਉਡਾ ਦਿੱਤੀ ਵਿੱਚੋਂ। ਇਟ has just become very simple for non Punjabis to walk into Punjab and corner the jobs। ਮਤਲਬ ਸਾਡੀ ਨੌਕਰੀਆਂ ਵੀ ਜਿਹੜੀਆਂ ਗੈਰ ਪੰਜਾਬੀ ਲੈ ਕੇ ਜਾ ਰਹੇ ਨੇ, ਜਿਹੜੀਆਂ ਸਰਕਾਰੀ ਨੌਕਰੀਆਂ ਨੇ, ਤੇ ਜੇ ਸਰਕਾਰੀ ਨੌਕਰੀ ਵਿੱਚ ਵੀ ਗੈਰ ਪੰਜਾਬੀ ਬੈਠਣਗੇ ਤੇ ਕੁਦਰਤੀ ਗੱਲ ਹੈਗੀ ਆ ਕਿ ਸਾਡੇ ਜਿਹੜੇ ਉਹਨਾਂ ਦੇ ਜਜ਼ਬਾਤ ਸਾਡੇ ਨਾਲ ਉਸ ਤਰ੍ਹਾਂ ਮੇਲ ਨਹੀਂ ਖਾਣਗੇ ਜਿੱਦਾਂ ਇੱਥੋਂ ਦਾ ਇੱਕ ਜੰਮਪਲ ਦੇ ਵਿਚਾਰ ਹੋਣੇ ਚਾਹੀਦੇ। ਤੁਹਾਡਾ ਸਾਰਿਆਂ ਦਾ ਧੰਨਵਾਦ। ਸਰਕਾਰ ਨੇ ਆਰਡਰਸ ਤਾਂ ਕੀਤੀ ਸੀਗੀ ਕਿ ਫਰਵਰੀ ਤੱਕ ਪੰਜਾਬੀ ਹਰ ਜਗ੍ਹਾ ਲਾਗੂ ਹੋਵੇ, ਸਾਈਨ ਬੋਰਡ ਤੇ, ਸਕੂਲਾਂ 'ਚ, ਸਰਕਾਰੀ ਦਫ਼ਤਰਾਂ ਦੇ ਵਿੱਚ, ਪਰ ਖੁਦ ਸਕੂਲ ਆਫ ਐਮੀਨੈਂਸ ਅੰਗਰੇਜ਼ੀ ਦੇ ਵਿੱਚ ਸਕੂਲ ਦਾ ਨਾਮ। ਤੁਸੀਂ ਦੇਖੋਗੇ ਕਿ ਜਿੰਨੇ ਵੀ ਭਗਵੰਤ ਸਿੰਘ ਮਾਨ ਦੇ ਹੁਕਮ ਨਿਕਲ ਰਹੇ ਨੇ, ਚਾਹੇ ਉਹ ਚੇਅਰਮੈਨੀਆਂ ਉਹਨਾਂ ਨੇ ਅਨਾਉਂਸ ਕੀਤੀਆਂ, ਹੁਣੇ ਮੇਰੀ ਭੈਣ ਕਹਿ ਰਹੀ ਆ ਕਿ ਜਿਹੜਾ ਸਕੂਲ ਆਫ ਐਮੀਨੈਂਸ ਮੋਹਾਲੀ ਵਿੱਚ ਜਿਹੜਾ ਸਾਰਾ ਉਹਨਾਂ ਨੇ ਉਸ ਨੂੰ ਪ੍ਰਚਾਰਿਆ, ਉਹ ਸਾਰਾ ਅੰਗਰੇਜ਼ੀ 'ਚ ਪ੍ਰਚਾਰਿਆ ਵਾ। ਇਹ ਜੇ ਚੀਫ ਮਿਨਿਸਟਰ ਦਾ ਆਫਿਸ ਆਪ ਹੀ ਅੰਗਰੇਜ਼ੀ 'ਚ ਕੰਮ ਕਰੇਗਾ ਤੇ ਫਿਰ ਥੱਲੇ ਹਦਾਇਤ ਦੇਣ ਦਾ ਕੀ ਫਾਇਦਾ ਕਿ ਜੀ 21 ਫੈਬਰੂਰੀ ਤੇ ਬੋਰਡ ਲਾ ਦਿਓ, ਨਹੀਂ ਤਾਂ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲਾਵਾਂਗੇ। ਸੋ ਇਹ ਸਾਰੀਆਂ ਗੱਲਾਂ ਇੱਥੋਂ ਐ ਨਜ਼ਰ ਆ ਰਿਹਾ ਕਿ ਜਿਹੜੀ ਸਾਡੀ ਰੂਲਿੰਗ ਜਮਾਤ ਆ, ਉਹ ਸਿਰਫ ਕਹਿਣ ਵਾਸਤੇ ਹੀ ਕੰਮ ਕਰਦੀ ਆ। ਦੇ ਡੂ ਨਾਟ ਪ੍ਰੈਕਟਿਸ ਵਾਟ ਦੇ ਪ੍ਰੀਚ। ਸਭ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਆਪ ਪ੍ਰੈਕਟਿਸ ਕਰਨਾ ਚਾਹੀਦਾ ਕਿ ਜੋ ਵੀ ਕੰਮ ਉਹਨਾਂ ਦੇ ਦਫ਼ਤਰ ਦਾ ਹੋਵੇ, ਪਹਿਲਾਂ ਉੱਥੇ ਹਦਾਇਤ ਦੇਣ ਕਿ ਉਹ ਪਹਿਲਾਂ ਪੰਜਾਬੀ ਵਿੱਚ ਜਾਵੇ, ਆਪਸ਼ਨਲ ਅੰਗਰੇਜ਼ੀ, ਬਿਕੋਜ਼ ਅਲਟੀਮੇਟਲੀ ਜੇ ਆਪਾਂ ਕਹੀਏ ਕਿ ਅੰਗਰੇਜ਼ੀ ਨੂੰ ਬਿਲਕੁਲ ਬਾਹਰ ਕਰ ਦੇਣਾ, ਇਟ ਹੈਜ਼ ਬਿਕਮ ਅ ਵਰਲਡ ਲੈਂਗੁਏਜ। ਮੈਂ ਅੰਗਰੇਜ਼ ਨਹੀਂ ਕਰਨ ਲੱਗਿਆ ਇਸ ਗੱਲ ਤੋਂ ਕਹਿਣ ਲਈ ਕਿ ਉਹਦੀ ਵੀ ਬਹੁਤ ਲੋੜ ਆ। ਪ੍ਰਾਥਮਿਕਤਾ, ਇੰਪੋਰਟੈਂਸ, ਪ੍ਰਾਇੋਰਿਟੀ ਜਿਹੜੀ ਆ ਉਹ ਪੰਜਾਬੀ ਨੂੰ ਤਾਈਓ ਮਿਲੂਗੀ ਜੇ ਭਗਵੰਤ ਸਿੰਘ ਮਾਨ ਆਪਣੇ